ਹੈਲੋ ਸਟੂਡੈਂਟਸ, ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜੈਂਡਰ ਸਕੂਲ ਐਂਡ ਸੁਸਾਇਟੀ ਵਾਲਾ ਪੇਪਰ, ਜਿਹੜਾ ਕਿ ਤੁਹਾਡੇ ਸੈਕਿੰਡ ਈਅਰ ਬੀਐਡ ਸੈਕਿੰਡ ਈਅਰ ਦਾ ਸਮੈਸਟਰ 4th ਦਾ ਪੇਪਰ ਹੈ। ਤਾਂ ਇਹਦੀਆਂ ਲਗਾਤਾਰ ਅਸੀਂ ਵੀਡੀਓਜ਼ ਕਰਾਂਗੇ, ਜਿਹਦੇ ਵਿੱਚ ਸ਼ੁਰੂਆਤ ਕਰਾਂਗੇ ਅਸੀਂ ਕਨਸੈਪਟ ਆਫ ਜੈਂਡਰ ਤੋਂ, ਇਹਦਾ ਮੀਨਿੰਗ, ਡੈਫੀਨੇਸ਼ਨਸ ਤੇ ਕਰੈਕਟਰਿਸਟਿਕਸ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਜੈਂਡਰ ਜਿਹੜਾ ਸ਼ਬਦ ਆ ਉਹ ਕੀ ਆ, ਜਾਂ ਜੈਂਡਰ ਕਿਹਨੂੰ ਕਿਹਾ ਜਾਂਦਾ ਹੈ। ਜੈਂਡਰ ਇਜ਼ ਕੰਸਰਨਡ ਵਿਦ ਸਪੈਸੀਫਿਕ ਰੋਲ ਆਫ ਮੇਲ ਐਂਡ ਫੀਮੇਲ ਕੰਸਟਰਕਟਡ ਬਾਏ ਦਾ ਰਿਲੇਟਡ ਕਲਚਰ, ਸੋਸਾਇਟੀ, ਇਨਵਾਇਰਨਮੈਂਟ ਐਂਡ ਨੋਰਮਸ। ਜਿਹੜਾ ਜੈਂਡਰ ਸ਼ਬਦ ਹੈ ਉਹ ਮੇਲ ਜਾਂ ਫੀਮੇਲ ਦੇ ਸਪੈਸੀਫਿਕ ਰੋਲ ਨਾਲ ਸੰਬੰਧਿਤ ਆ। ਅਸੀਂ ਆਦਮੀ ਜਾਂ ਇਸਤਰੀ ਦੀ ਭੂਮਿਕਾ ਜਦੋਂ ਨਿਭਾਉਂਦੇ ਆ, ਕਿਹਦੇ ਸੰਬੰਧ ਵਿੱਚ ਨਿਭਾਉਂਦੇ ਆ? ਕਲਚਰ ਦੇ ਸੰਬੰਧ 'ਚ, ਸੁਸਾਇਟੀ ਦੇ, ਇਨਵਾਇਰਨਮੈਂਟ ਦੇ ਅਤੇ ਨਿਯਮਾਂ ਕਾਨੂੰਨਾਂ ਦੇ ਸੰਬੰਧ। ਜਦੋਂ ਅਸੀਂ ਇਹ ਭੂਮਿਕਾਵਾਂ ਨਿਭਾਉਂਦੇ ਆ ਤਾਂ ਇਸ ਨੂੰ ਜੈਂਡਰ ਕਿਹਾ ਜਾਂਦਾ ਹੈ। ਇਟ ਇਜ਼ ਨਾਟ ਨੈਚੁਰਲ, ਇਟ ਇਜ਼ ਲਰਨਡ ਐਂਡ ਜਨਰੇਟਡ ਬਾਏ ਦਾ ਸਰਾਊਂਡਿੰਗ। ਇਹ ਨੈਚੁਰਲ ਨਹੀਂ ਹੁੰਦਾ, ਬਾਏ ਬਰਥ ਨਹੀਂ ਹੁੰਦਾ, ਇਹ ਸਿੱਖਿਆ ਹੋਇਆ ਬਿਹੇਵੀਅਰ ਆ ਅਤੇ ਬਣਾਇਆ ਹੋਇਆ ਬਿਹੇਵੀਅਰ ਆ ਆਲੇ ਦੁਆਲੇ ਦੁਆਰਾ। ਤਾਂ ਜੈਂਡਰ ਕੀ ਆ? ਬਾਏ ਬਰਥ ਨਹੀਂ ਹੁੰਦਾ। ਇਹ ਸੁਸਾਇਟੀ ਦੇ ਨੋਰਮਸ, ਕਲਚਰਸ, ਇਨਵਾਇਰਨਮੈਂਟ ਅਤੇ ਸਰਾਊਂਡਿੰਗਸ ਦੇ ਨਾਲ ਰਿਲੇਟਡ ਹੁੰਦਾ ਏ। ਤਾਂ ਜਿਸ ਤਰ੍ਹਾਂ ਦੀ ਸੁਸਾਇਟੀ ਦੇ ਵਿੱਚ ਜੋ ਸਾਨੂੰ ਸਿਖਾਇਆ ਜਾਂਦਾ ਸੀ, ਉਸੇ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਂਦੇ ਆ ਆਦਮੀ ਜਾਂ ਔਰਤ ਦੇ ਸੰਬੰਧ 'ਚ। ਤਾਂ ਇਸ ਤਰ੍ਹਾਂ ਨਾਲ ਇਸ ਨੂੰ ਜੈਂਡਰ ਕਿਹਾ ਜਾਂਦਾ ਹੈ। ਜੈਂਡਰ ਇਜ਼ ਫਾਰਮਡ ਫਰੋਮ ਲੈਟਿਨ ਵਰਡ ਜੀਨੀਅਸ ਵਿਚ ਮੀਨਸ ਟਾਈਪ ਔਰ ਸੌਰਟ। ਜੈਂਡਰ ਸ਼ਬਦ ਲੈਟਿਨ ਜਿਹੜਾ ਵਰਡ ਆ ਜੀਨਸ ਤੋਂ ਬਣਿਆ, ਜਿਹਦਾ ਮਤਲਬ ਆ ਇੱਕ ਕਿਸਮ ਜਾਂ ਚੁਣਿਆ ਹੋਇਆ। ਜੈਂਡਰ ਰੈਫਰਸ ਟੂ ਅ ਸੈਟ ਆਫ ਕਲਚਰਲੀ ਸਪੈਸੀਫਿਕ ਕਰੈਕਟਰਿਸਟਿਕਸ defining social behavior of men and women and the relationships between them। ਤਾਂ ਇੱਕ ਇਹ ਸੱਭਿਆਚਾਰਕ ਇਹਦੀ ਵਿਸ਼ੇਸ਼ਤਾ ਹੁੰਦੀ ਆ, ਇਸ ਨੂੰ ਡਿਫਾਈਨ ਕਰ ਸਕਦੇ ਹਾਂ ਅਸੀਂ। ਇਹ ਇੱਕ ਇਸ ਤਰ੍ਹਾਂ ਦਾ ਸੋਸ਼ਲ ਬਿਹੇਵੀਅਰ ਆ ਜਿਹੜਾ ਆਦਮੀ ਅਤੇ ਔਰਤਾਂ ਦੇ ਆਪਸ ਦੇ ਸੰਬੰਧ ਅਤੇ ਉਹਨਾਂ ਦੀਆਂ ਭੂਮਿਕਾਵਾਂ ਨੂੰ ਦਰਸਾਉਂਦਾ ਹੈ। ਜੇ ਅਸੀਂ ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਇੱਥੇ ਯੂਨੈਸਕੋ ਦੀ ਡੈਫੀਨੇਸ਼ਨ ਹੈ। ਯੂਨੈਸਕੋ ਬਾਰੇ ਤੁਸੀਂ ਸਾਰੇ ਜਾਣਦੇ ਹੋ। ਯੂਨੈਸਕੋ ਨੇ ਕੀ ਕਿਹਾ ਹੈ ਜੈਂਡਰ ਬਾਰੇ? ਜੈਂਡਰ ਰੈਫਰਸ ਟੂ ਦਾ ਰੋਲਸ ਐਂਡ ਰਿਸਪੌਂਸਿਬਿਲਿਟੀਜ਼ ਆਫ ਮੈਨ ਐਂਡ ਵੂਮਨ that are created in our families, our societies and our cultures। ਤਾਂ ਜੈਂਡਰ ਜਿਹੜਾ ਹੈ ਉਹ ਉਹਨਾਂ ਰੋਲਸ ਅਤੇ ਰਿਸਪੌਂਸੀਬਿਲਿਟੀਜ਼ ਨੂੰ ਕਿਹਾ ਜਾਂਦਾ ਹੈ ਜਿਹੜੇ ਆਦਮੀ ਅਤੇ ਔਰਤਾਂ ਨਿਭਾਉਂਦੇ ਨੇ ਆਪਣੇ ਫੈਮਿਲੀ ਦੇ ਸੰਬੰਧ 'ਚ, ਸੁਸਾਇਟੀ ਦੇ ਸੰਬੰਧ 'ਚ ਅਤੇ ਆਪਣੇ ਸੱਭਿਆਚਾਰ ਦੇ ਪੱਖ ਨੂੰ ਧਿਆਨ 'ਚ ਰੱਖਦੇ ਹੋਏ। ਤਾਂ ਯੂਨੈਸਕੋ ਦੀ ਇਹ ਡੈਫੀਨੇਸ਼ਨ ਆ। ਅੱਗੇ WHO ਨੇ ਇਸ ਨੂੰ ਕਿਸ ਤਰ੍ਹਾਂ ਡਿਫਾਈਨ ਕੀਤਾ ਹੈ ਜੈਂਡਰ ਨੂੰ? ਜੈਂਡਰ ਇਜ਼ ਡਿਫੀਕਲਟ ਟੂ ਡਿਫਾਈਨ। ਕਹਿੰਦੇ ਜੈਂਡਰ ਜਿਹੜਾ ਸ਼ਬਦ ਆ ਉਹਨੂੰ ਡਿਫਾਈਨ ਕਰਨਾ ਡਿਫੀਕਲਟ ਆ, ਬਟ ਇਟ ਕੈਨ ਰੈਫਰ ਟੂ ਦਾ ਰੋਲ ਆਫ ਅ ਮੇਲ ਔਰ ਫੀਮੇਲ ਇਨ ਸੋਸਾਇਟੀ ਨੋਨ ਐਜ਼ ਜੈਂਡਰ ਰੋਲ ਔਰ ਐਨ ਇੰਡੀਵਿਜੂਅਲਸ ਕੰਸੈਪਟ ਆਫ ਦੈਮਸੈਲਵਸ ਔਰ ਜੈਂਡਰ ਆਈਡੈਂਟੀਟੀ। ਤਾਂ ਇਹਨਾਂ ਨੇ ਵੀ ਉਹੀ ਗੱਲ ਕਹੀ ਆ ਕਿ ਇਸ ਨੂੰ ਕਿਹਾ ਜਾ ਸਕਦਾ ਕਿ ਜਿਹੜੇ ਰੋਲ ਮੇਲ ਅਤੇ ਫੀਮੇਲ ਨੇ ਸੁਸਾਇਟੀ ਦੇ ਵਿੱਚ ਰਹਿੰਦੇ ਹੋਏ ਨਿਭਾਉਂਦੇ ਨੇ ਉਹਨਾਂ ਨੂੰ ਜੈਂਡਰ ਰੋਲ ਕਿਹਾ ਜਾਂਦਾ ਹੈ। ਜਾਂ ਕਿਸੇ ਵਿਅਕਤੀ ਦੇ ਸੰਬੰਧ ਦੇ ਵਿੱਚ ਉਹਨਾਂ ਦੀ ਆਈਡੈਂਟੀਟੀ ਹੈ ਜਿਹੜੀ ਕਿ ਇਹ ਔਰਤ ਆ, ਇਹ ਆਦਮੀ ਆ, ਤਾਂ ਇਸ ਤਰ੍ਹਾਂ ਦੀ ਆਈਡੈਂਟੀਟੀਜ਼ ਜਾਂ ਰੋਲਸ ਨੂੰ ਜੈਂਡਰ ਕਿਹਾ ਜਾਂਦਾ ਹੈ। ਤਾਂ ਇਸ ਤਰ੍ਹਾਂ ਨਾਲ ਇਹਨਾਂ ਨੇ ਜੈਂਡਰ ਆ ਜਿਹੜਾ ਉਸ ਸ਼ਬਦ ਨੂੰ ਬਾਏ ਬਰਥ ਨਹੀਂ ਮੰਨਿਆ। ਤਾਂ ਇਹ ਸੁਸਾਇਟੀ ਦੁਆਰਾ ਕੰਸਟਰਕਟਡ ਆ, ਸੋਸ਼ਲ ਜਿਹੜੀ ਆ ਇਹ ਕੰਸੈਪਟ ਆ। ਤਾਂ ਇਸ ਨੂੰ ਅਸੀਂ ਇਸਤਰੀ ਜਾਂ ਮਰਦ ਦੇ ਸੰਬੰਧ ਦੇ ਵਿੱਚ ਦੇਖਦੇ ਹਾਂ ਕਿ ਇਹ ਰੋਲ ਆ ਇੱਕ ਉੱਪਰ। ਅਸੀਂ ਇਹ ਨਹੀਂ ਦੇਖਦੇ ਕਿ
ਇਸਤਰੀ ਹੈ ਜਾਂ ਇਹ ਇਸਤਰੀ ਕਿਉਂ ਆ, ਇਹ ਮਰਦ ਕਿਉਂ ਆ, ਅਸੀਂ ਰੋਲ ਦੇ ਅਕੋਰਡਿੰਗ ਉਸ ਨੂੰ ਦੇਖਦੇ ਹਾਂ ਕਿ ਸੋਸਾਇਟੀ ਦੇ ਵਿੱਚ ਉਹਨਾਂ ਨੂੰ ਜੋ ਰੋਲ ਮਿਲੇ ਹੋਏ ਨੇ ਉਹ ਨਿਭਾ ਰਹੇ ਨੇ ਅਤੇ ਉਹ ਆਪਣੇ ਅੱਗੇ ਸੋਸਾਇਟੀ ਦੇ ਵਿੱਚ ਆਪਣੇ ਵਰਗੇ ਜੀਵਾਂ ਨੂੰ ਉਹ ਰੋਲ ਅੱਗੇ ਦੇ ਰਹੇ ਨੇ। ਤਾਂ ਇਸ ਤਰ੍ਹਾਂ ਨਾਲ ਜੈਂਡਰ ਦਾ ਕੰਸੈਪਟ ਆ। ਅੱਗੇ ਇਸ ਦੀਆਂ ਕਰੈਕਟਰਿਸਟਿਕਸ ਕਰਦੇ ਹਾਂ ਅਸੀਂ। ਤਾਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਤੁਹਾਨੂੰ ਮੀਨਿੰਗ ਹੋਰ ਵੀ ਕਲੀਅਰ ਕਰਨ ਦੇ ਵਿੱਚ ਸਹਾਇਤਾ ਕਰਨਗੀਆਂ। ਪਹਿਲੇ ਨੰਬਰ 'ਤੇ ਹੈ ਐਕਵਾਇਰਡ ਆਈਡੈਂਟੀਟੀ। ਜਿਹੜਾ ਜੈਂਡਰ ਆ ਉਸ ਦੀ ਜਿਹੜੀ ਪਹਿਚਾਣ ਆ ਉਹ ਪ੍ਰਾਪਤ ਕੀਤੀ ਜਾ ਸਕਣ ਵਾਲੀ ਆ। ਮੀਨਜ਼ ਸੋਸਾਇਟੀ ਤੋਂ ਮਿਲਦੀ ਹੈ ਸਾਨੂੰ ਪਹਿਚਾਣ ਆਦਮੀ ਜਾਂ ਔਰਤ ਹੋਣ ਦੀ। ਫਿਰ ਹੈ ਆ ਸੋਸ਼ਲ ਇੰਸਟੀਟਿਊਸ਼ਨ। ਜਿਹੜਾ ਜੈਂਡਰ ਆ ਇਹ ਸੋਸਾਇਟੀ ਦੇ ਵਿੱਚ ਹੀ ਬਣਦਾ ਏ ਅਤੇ ਸੋਸਾਇਟੀ ਦੇ ਵਿੱਚ ਹੀ ਅਸੀਂ ਇਸ ਨੂੰ ਇਹ ਰੋਲ ਅਦਾ ਕਰਦੇ ਹਾਂ। ਜੇ ਅਸੀਂ ਸੋਚੀਏ ਕਿ ਸੋਸਾਇਟੀ ਤੋਂ ਬਾਹਰ ਜਿਹੜਾ ਜੈਂਡਰ ਆ ਉਹ ਸ਼ਬਦ ਦੇ ਮਾਇਨੇ ਘੱਟ ਨੇ ਤਾਂ ਸੋਸਾਇਟੀ ਦੇ ਅੰਡਰ ਹੀ ਇਹ ਜ਼ਿਆਦਾਤਰ ਵਰਤਿਆ ਜਾਂਦਾ ਅਤੇ ਰੋਲ ਅਦਾ ਕੀਤੇ ਜਾਂਦੇ ਨੇ। ਫਿਰ ਹੈ ਲਰਨਡ। ਸਿੱਖਿਆ ਜਾਂਦਾ ਬਿਹੇਵੀਅਰ। ਜਦੋਂ ਬਾਏ ਬਰਥ ਨਹੀਂ ਹੁੰਦਾ ਬੱਚੇ ਨੂੰ ਅਸੀਂ ਸਿਖਾਉਂਦੇ ਹਾਂ ਕਿ ਇਹ ਮੁੰਡਾ ਏ ਜਾਂ ਇਹ ਕੁੜੀ ਆ, ਇਸ ਨੇ ਇਹ ਰੋਲ ਕਰਨਾ ਏ, ਜਾਂ ਮੁੰਡੇ ਦੀਆਂ ਆਦਤਾਂ ਇਹ ਨੇ, ਕੁੜੀ ਦੀਆਂ ਆਦਤਾਂ ਇਹ ਨੇ, ਤਾਂ ਅਸੀਂ ਕੈਟਾਗਰੀ ਵਾਈਜ਼ ਉਹਨਾਂ ਨੂੰ ਡਿਵਾਈਡ ਕਰ ਦਿੰਦੇ ਹਾਂ ਤਾਂ ਉਹ ਉੱਥੋਂ ਸਿੱਖ ਜਾਂਦੇ ਨੇ ਰੋਲ ਆਪਣੇ ਨਿਭਾਉਣੇ। ਅਗਲੀ ਵਿਸ਼ੇਸ਼ਤਾ ਹੈਗੀ ਇਹਦੀ ਸ਼ੇਪਡ ਬਾਏ ਇੰਡੀਵਿਜੂਅਲ ਜੈਨੇਟਿਕ ਹੈਰੀਟੇਜ। ਕਿਉਂਕਿ ਪੀੜ੍ਹੀ ਦਰ ਪੀੜ੍ਹੀ ਇਹ ਰੋਲ ਚੱਲਦੇ ਰਹਿੰਦੇ ਨੇ ਤਾਂ ਇਹਨਾਂ ਨੂੰ ਸ਼ੇਪ ਮਿਲਦੀ ਰਹਿੰਦੀ ਆ। ਵਿਅਕਤੀ ਦੇ ਜਿਹੜਾ ਪਿਤਾ ਪੁਰਖੇ ਨੇ ਉਹਨਾਂ ਨੂੰ ਸਿਖਾਉਂਦੇ ਰਹਿੰਦੇ ਨੇ ਕਿ ਉਹਨਾਂ ਦੇ ਜਿਹੜੇ ਨੋਰਮਸ ਨੇ, ਨਿਯਮ ਨੇ, ਉਹਨਾਂ ਲਈ ਜਿਹੜੇ ਕਾਨੂੰਨ ਨੇ ਪਰਿਵਾਰ ਦੇ, ਸੋਸਾਇਟੀ ਦੇ, ਜਾਂ ਜੋ ਵੀ ਉਹਨਾਂ ਲਈ ਧਾਰਨਾਵਾਂ ਬਣੀਆਂ ਹੋਈਆਂ ਨੇ ਉਹ ਕੀ ਨੇ। ਤਾਂ ਇਹ ਪੀੜ੍ਹੀ ਦਰ ਪੀੜ੍ਹੀ ਇਹਨਾਂ ਨੂੰ ਸ਼ੇਪ ਮਿਲਦੀ ਰਹਿੰਦੀ ਆ ਅਤੇ ਅੱਗੇ ਦੀ ਅੱਗੇ ਇਹ ਜਿਹੜਾ ਕੰਸੈਪਟ ਆ ਉਹ ਚੱਲਦਾ ਰਹਿੰਦਾ ਏ। ਫਿਰ ਹੈ ਇਫੈਕਟ ਆਫ ਕਲਚਰ। ਤਾਂ ਜੈਂਡਰ ਇੱਕ ਇਸ ਤਰ੍ਹਾਂ ਦੀ ਟਰਮ ਆ ਜਿਹਦੇ 'ਤੇ ਕਲਚਰ ਦਾ ਇਫੈਕਟ ਪੈਂਦਾ ਏ। ਜਿਵੇਂ ਅਸੀਂ ਕਹਿ ਲਈਏ ਕਿ ਮੁੰਡਿਆਂ ਨੇ ਕਿਸ ਤਰ੍ਹਾਂ ਦੇ ਕੱਪੜੇ ਪਹਿਨਣੇ ਨੇ, ਕੁੜੀਆਂ ਨੇ ਕਿਸ ਤਰ੍ਹਾਂ ਦੇ ਪਹਿਨਣੇ ਨੇ, ਕੁੜੀਆਂ ਦਾ ਬਿਹੇਵੀਅਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਏ ਅਤੇ ਮੁੰਡਿਆਂ ਦਾ ਬਿਹੇਵੀਅਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਏ। ਸਪੋਜ਼ ਕਰੋ ਇੰਡੀਅਨ ਸੋਸਾਇਟੀ ਦੀ ਗੱਲ ਕਰੀਏ, ਇੰਡੀਅਨ ਕਲਚਰ ਦੀ ਗੱਲ ਕਰੀਏ ਤਾਂ ਇੱਥੇ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਥੋੜ੍ਹੀ ਜਿਹੀ ਆਜ਼ਾਦੀ ਦੀ ਘਾਟ ਆ ਅਤੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਆਜ਼ਾਦੀ ਜ਼ਿਆਦਾ ਦਿੱਤੀ ਜਾਂਦੀ ਹੈ। ਤਾਂ ਸਮਾਜ ਦੇ ਵਿੱਚ ਇਹ ਨੋਰਮਸ ਬਣੇ ਹੋਏ ਨੇ ਕਿ ਕੁੜੀਆਂ ਨੂੰ ਥੋੜ੍ਹਾ ਸੋਸਾਇਟੀ ਦੇ ਨੋਰਮਸ ਦੇ ਅਕੋਰਡਿੰਗ ਜ਼ਿਆਦਾ ਚੱਲਣਾ ਪੈਂਦਾ ਏ। ਤਾਂ ਇਸ ਤਰ੍ਹਾਂ ਕਲਚਰ ਦਾ ਇਫੈਕਟ ਆ ਜਿਹੜਾ ਉਹ ਪੈਂਦਾ ਇਹਦੇ 'ਤੇ। ਫਿਰ ਹੈ ਫਲੈਕਸੀਬਲ ਐਂਡ ਚੇਂਜੇਬਲ। ਇਹ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਚੇਂਜ ਨਹੀਂ ਹੋ ਸਕਦਾ। ਭੂਮਿਕਾਵਾਂ ਨੇ ਅਸੀਂ ਚੇਂਜ ਕਰ ਸਕਦੇ ਹਾਂ। ਤਾਂ ਕਈ ਸੁਸਾਇਟੀਜ਼ ਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਕਿ ਪਹਿਰਾਵਾ ਜਿਵੇਂ ਤਾਂ ਉਹ ਹੁਣ ਅਸੀਂ ਮਾਡਰਨ ਜ਼ਮਾਨੇ ਦੀ ਗੱਲ ਕਰ ਲਈ ਤਾਂ ਪਹਿਰਾਵੇ ਦੇ ਵਿੱਚ ਚੇਂਜ ਆਈ ਆ। ਕੋਈ ਮੁੰਡੇ ਕੁੜੀਆਂ ਦੇ ਪਹਿਰਾਵੇ ਦਾ ਜ਼ਿਆਦਾ ਫਰਕ ਨਹੀਂ। ਤਾਂ ਕੁੜੀਆਂ ਨੇ ਜਿਹੜੀਆਂ ਉਹ ਮੁੰਡਿਆਂ ਵਰਗੇ ਪਹਿਰਾਵੇ ਪਹਿਨਦੀਆਂ ਨੇ, ਜਾਂ ਕਹਿ ਲਓ ਹੇਅਰ ਕੱਟ, ਛੋਟੇ ਵਾਲ ਰੱਖਣੇ ਮੁੰਡਿਆਂ ਦੀ ਜੇ ਉਹਦੇ ਵਿੱਚ ਸੀਗਾ ਬਿਹੇਵੀਅਰ ਦੇ ਵਿੱਚ ਸੀ ਤਾਂ ਹੁਣ ਕੁੜੀਆਂ ਵੀ ਉਹ ਚੀਜ਼ ਕਰਦੀਆਂ ਨੇ, ਮੁੰਡੇ ਵੱਡੇ ਵਾਲ ਰੱਖਦੇ ਨੇ। ਤਾਂ ਇਸ ਤਰ੍ਹਾਂ ਨਾਲ ਜਿਹੜੀ ਇਹ ਰੋਲਸ ਨੇ ਜਿਹੜੇ ਇਹਨਾਂ ਦੇ ਵਿੱਚ ਚੇਂਜ ਆਉਂਦੀ ਹੈ। ਜਾਂ ਕਹਿ ਲਈਏ ਕਿ ਜਿਹੜੀਆਂ ਵੂਮੈਨ ਨੇ, ਵਰਕਿੰਗ ਵੂਮੈਨ ਨੇ, ਤਾਂ ਮੇਲ ਨੇ ਜਿਹੜੇ ਉਹ ਘਰ ਦੇ ਕੰਮਾਂ 'ਚ ਹੱਥ ਵੰਡਾਉਂਦੇ ਨੇ ਜਾਂ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਨੇ। ਤਾਂ ਇਹ ਰੋਲ ਨੇ ਜਿਹੜੇ ਉਹ ਚੇਂਜੇਬਲ ਨੇ। ਤਾਂ ਇਸ ਤਰ੍ਹਾਂ ਟਾਈਮ ਦੇ ਨਾਲ ਨਾਲ ਇਹ ਰੋਲ ਨੇ ਜਿਹੜੇ ਉਹ ਚੇਂਜ ਕੀਤੇ ਜਾ ਸਕਦੇ ਨੇ। ਇਸ ਦੀ ਇਹ ਕਰੈਕਟਰਿਸਟਿਕ ਹੈ। ਫਿਰ ਹੈਗਾ ਸਾਈਕੋਲੋਜੀਕਲ। ਤਾਂ ਜਿਹੜਾ ਇਹ ਕੰਸੈਪਟ ਆ ਇਹ ਮਾਨਸਿਕ ਤੌਰ 'ਤੇ ਅਸੀਂ ਇਹਨੂੰ ਮੰਨ ਲੈਂਦੇ ਹਾਂ, ਸਾਈਕੋਲੋਜੀਕਲ ਆ। ਕਿਉਂਕਿ ਅਸੀਂ ਜੋ ਵੀ ਸਾਨੂੰ ਰੋਲ ਦਿੱਤੇ ਜਾਂਦੇ ਨੇ ਬਚਪਨ ਤੋਂ, ਜਦੋਂ ਹੀ ਬੱਚਾ ਬਰਥ ਲੈਂਦਾ ਤਾਂ ਉਸ ਨੂੰ ਇਹ ਠੱਪਾ ਲਗਾ ਦਿੱਤਾ ਜਾਂਦਾ ਕਿ ਇਹ ਮੁੰਡਾ ਹੈ, ਇਹ ਕੁੜੀ ਹੈ। ਤਾਂ ਇਸ ਜਿਹੜੇ ਕੰਸੈਪਟ ਨੂੰ ਅਸੀਂ ਸਾਈਕੋਲੋਜੀਕਲ ਹੌਲੀ ਹੌਲੀ ਅੰਡਰਸਟੈਂਡ ਕਰ ਲੈਂਦੇ ਹਾਂ ਅਤੇ ਸਾਨੂੰ ਬਚਪਨ ਤੋਂ ਹੀ ਪਤਾ ਲੱਗ ਜਾਂਦਾ ਕਿ ਅਸੀਂ ਕੀ ਰੋਲ ਅਦਾ ਕਰਨਾ ਹੈ। ਤਾਂ ਇਹ ਮਾਨਸਿਕ ਤੌਰ 'ਤੇ ਹੀ ਸਵੀਕਾਰਿਆ ਹੋਇਆ ਕੰਸੈਪਟ ਆ। ਫਿਰ ਹੈ ਸਟੀਰੀਓਟਾਈਪਡ। ਇਹਦੇ ਵਿੱਚ ਵੀ ਇਹੀ ਆ ਕਿ ਅਸੀਂ ਜਿਹੜੇ ਰੋਲ ਨੇ ਉਹ ਸਾਡੇ ਉੱਤੇ ਥੋਪੇ ਜਾਂਦੇ ਨੇ ਅਤੇ ਅਸੀਂ ਉਹ ਰੋਲਸ ਨੂੰ ਅਦਾ ਕਰਦੇ ਹੋਏ ਜਿਹੜਾ ਆਪਣਾ ਇਹ ਕੰਸੈਪਟ ਆ ਇਸ ਦੇ ਅੰਡਰ ਚੱਲਦੇ ਹੋਏ ਅਸੀਂ ਆਪਣੀ ਜ਼ਿੰਦਗੀ ਬਤੀਤ ਕਰਦੇ ਹਾਂ। ਜਿਹੜੇ ਬॉयਜ਼ ਨੇ ਉਹ ਬॉयਜ਼ ਦੀ ਤਰ੍ਹਾਂ ਆਦਤਾਂ ਰੱਖਦੇ ਨੇ, ਜਾਂ ਗਰਲਜ਼ ਨੇ ਜਿਹੜੀਆਂ ਗਰਲਜ਼ ਦੀ ਤਰ੍ਹਾਂ ਆਦਤਾਂ ਰੱਖਦੇ ਨੇ। ਜਾਂ ਕੁਛ ਕੰਸੈਪਟ ਅਸੀਂ ਇਸ ਤਰ੍ਹਾਂ ਦੇ ਬਣਾ ਲੈਂਦੇ ਹਾਂ ਕਿ ਜਿਵੇਂ ਤੁਸੀਂ ਐਗਜ਼ਾਮਪਲ ਲੈ ਸਕਦੇ ਹੋ ਪਿੰਕ ਕਲਰ ਜਾਂ ਰੈੱਡ ਕਲਰ। ਤਾਂ ਇਹਦੇ ਵਿੱਚ ਜ਼ਿਆਦਾਤਰ ਕਿਹਾ ਜਾਂਦਾ ਕਿ ਇਹ ਗਰਲਿਸ਼ ਆ, ਕੁੜੀਆਂ ਪਹਿਨਦੀਆਂ ਨੇ ਜਾਂ ਲੇਡੀਜ਼ ਪਹਿਨਦੀਆਂ ਨੇ।
ਜਿਹੜੇ ਬਾਕੀ ਬॉयज़ ਨੇ ਉਹ ਹੋਰ ਤਰ੍ਹਾਂ ਦੇ ਕਲਰ ਜਾਂ ਬਰਾਊਨ ਬਲੈਕ ਇਸ ਤਰ੍ਹਾਂ ਦੇ ਵਾਈਟ ਬਲੂ ਇਸ ਤਰ੍ਹਾਂ ਦੇ ਕਲਰ ਪਹਿਨਦੇ ਨੇ। ਤਾਂ ਜਿਹੜੇ ਬਰਾਈਟ ਕਲਰ ਹੁੰਦੇ ਨੇ ਉਹ ਲੇਡੀਜ਼ ਵਾਸਤੇ ਮੰਨ ਲਏ ਜਾਂਦੇ ਨੇ, ਜਿਹੜੇ ਥੋੜ੍ਹੇ ਡਲ ਕਲਰ ਹੁੰਦੇ ਨੇ ਉਹ ਬॉयज़ ਜਾਂ ਜੈਂਟਸ ਵਾਸਤੇ ਮੰਨ ਲਏ ਜਾਂਦੇ ਨੇ। ਤਾਂ ਇੱਕ ਰੂੜੀਵਾਦਿਤਾ ਇਹ ਕਿ ਇਹ ਜਿਹੜੀਆਂ ਚੀਜ਼ਾਂ ਨੇ ਕੁੜੀਆਂ ਕਰ ਸਕਦੀਆਂ ਨੇ, ਇਹ ਮੁੰਡੇ ਕਰ ਸਕਦੇ ਨੇ, ਜਾਂ ਇਹਨਾਂ ਤੋਂ ਪਹਿਚਾਣ ਬਣੀ ਹੋਈ ਆ ਮੁੰਡੇ ਕੁੜੀਆਂ ਦੀ। ਫਿਰ ਹੈਗਾ ਵੇਰੀਏਬਲ। ਵੇਰੀਏਬਲ ਦੇ ਵਿੱਚ ਇਹ ਦੋਨੇ ਅਲੱਗ-ਅਲੱਗ ਆਪਣੀ ਆਪਣੀ ਹੈਸੀਅਤ ਰੱਖਦੇ ਨੇ। ਦੋਨੇ ਜਿਹੜੇ ਧਿਰਾਂ ਨੇ, ਬॉयज़ ਤੇ ਗਰਲਸ ਜਾਂ ਮੇਲਸ ਔਰ ਫੀਮੇਲ। ਅੱਗੇ ਹੈਗਾ ਰੋਲ ਆਫ ਪੇਰੈਂਟਸ। ਇਹਦੇ ਵਿੱਚ ਮੁੱਖ ਭੂਮਿਕਾ ਪੇਰੈਂਟਸ ਵੀ ਨਿਭਾਉਂਦੇ ਨੇ ਕਨਸੈਪਟ ਨੂੰ ਬੱਚਿਆਂ ਤੱਕ ਪਹੁੰਚਾਉਣ ਲਈ। ਨੈਕਸਟ ਹੈਗਾ ਡਿਫਰੈਂਟ ਇਨ ਪ੍ਰੋਫੈਸ਼ਨਸ, ਕਿਉਂਕਿ ਜੈਂਡਰ ਦੋਨੇ ਅਲੱਗ-ਅਲੱਗ ਪ੍ਰੋਫੈਸ਼ਨਸ ਨਾਲ ਸੰਬੰਧਿਤ ਹੁੰਦੇ ਨੇ। ਇਹਨਾਂ ਦੇ ਪ੍ਰੋਫੈਸ਼ਨਸ ਵੀ ਅਲੱਗ-ਅਲੱਗ ਹੁੰਦੇ ਨੇ, ਕੰਮ-ਕਾਰ ਅਲੱਗ-ਅਲੱਗ ਹੁੰਦੇ ਨੇ, ਚਾਹੇ ਉਹ ਘਰੇਲੂ ਹੋਣ, ਸੁਸਾਇਟੀ ਲਈ ਹੋਣ ਜਾਂ ਰੋਜੀ ਰੋਟੀ ਲਈ ਕੰਮ ਕਰਦੇ ਹੋਣ। ਪਰ ਅੱਜ ਇਹ ਟਰਮ ਆ ਜਿਹੜੀ ਹੌਲੀ-ਹੌਲੀ ਸੁੰਗੜਦੀ ਜਾ ਰਹੀ ਹੈ, ਕਿਉਂਕਿ ਮਿਕਸ ਹੋਏ ਹੋਏ ਨੇ ਪ੍ਰੋਫੈਸ਼ਨ। ਸਾਰੇ ਪ੍ਰੋਫੈਸ਼ਨਸ ਦੇ ਵਿੱਚ ਲੇਡੀਜ਼ ਕੰਮ ਕਰਦੀਆਂ ਨੇ, ਲੇਡੀਜ਼ ਵਾਲੇ ਪ੍ਰੋਫੈਸ਼ਨ ਦੇ ਵਿੱਚ ਜੈਂਟਸ ਕੰਮ ਕਰਦੇ ਨੇ। ਅੱਗੇ ਹੈ ਰਿਲੇਟਡ ਵਿਦ ਕਲੋਥਸ। ਇੱਕ ਵਿਸ਼ੇਸ਼ਤਾ ਇਹਦੀ ਇਹ ਵੀ ਆ ਕਿ ਇਹਨੂੰ ਕੱਪੜਿਆਂ ਤੋਂ ਪਹਿਚਾਣਿਆ ਜਾ ਸਕਦਾ ਹੈ ਕਿ ਕਿਹੜਾ ਜੈਂਡਰ ਹੈ। ਫਿਰ ਹੈ ਡਿਫਰੈਂਟ ਸਟੇਟਸ ਇਨ ਸੁਸਾਇਟੀ। ਦੋਨਾਂ ਦਾ ਅਲੱਗ-ਅਲੱਗ ਰੁਤਬਾ ਹੈ ਸੁਸਾਇਟੀ ਦੇ ਵਿੱਚ। ਕਿਤੇ ਮਰਦ ਪ੍ਰਧਾਨ ਸੁਸਾਇਟੀ ਆ, ਕਿਤੇ ਔਰਤ ਪ੍ਰਧਾਨ ਸੁਸਾਇਟੀ ਆ। ਤਾਂ ਇਹਦੇ ਨਾਲ ਵੀ ਇਸ ਦੀ ਵਿਸ਼ੇਸ਼ਤਾ ਗਿਣੀ ਜਾ ਸਕਦੀ ਆ। ਫਿਰ ਹੈ ਬੇਸਡ ਔਨ ਪਰਫੋਰਮੈਂਸ। ਦੋਨਾਂ ਦੀ ਪਰਫੋਰਮੈਂਸ ਦੇ ਬੇਸ ਦੇ ਉੱਤੇ ਵੀ ਅਸੀਂ ਇਸ ਨੂੰ ਕੈਟਾਗਰੀਵਾਈਜ਼ ਕਰ ਲੈਂਦੇ ਹਾਂ, ਕਿਉਂਕਿ ਜਿਹੜੀਆਂ ਲੇਡੀਜ਼ ਨੇ ਉਹ ਕਹਿ ਲਓ ਕਿ ਘੱਟ ਸਟਰੋਂਗ ਹੁੰਦੀਆਂ ਨੇ, ਅਤੇ ਜਿਹੜੇ ਜੈਂਟਸ ਹੁੰਦੇ ਨੇ ਫਿਜ਼ੀਕਲੀ ਉਹ ਜ਼ਿਆਦਾ ਸਟਰੋਂਗ ਹੁੰਦੇ ਨੇ। ਨੈਕਸਟ ਹੈ ਰਾਈਟਸ ਐਂਡ ਡਿਊਟੀਜ਼। ਹੱਕਾਂ ਅਤੇ ਫਰਜ਼ਾਂ ਨਾਲ ਵੀ ਅਸੀਂ ਇਹਨਾਂ ਨੂੰ ਕੈਟਾਗਰੀਵਾਈਜ਼ ਕਰ ਲੈਂਦੇ ਹਾਂ ਕਿ ਜੈਂਟਸ ਦੇ ਰਾਈਟਸ ਨੇ ਜਿਹੜੇ ਹੋਰ ਨੇ, ਲੇਡੀਜ਼ ਦੇ ਰਾਈਟਸ ਹੋਰ ਨੇ, ਜਾਂ ਡਿਊਟੀਜ਼ ਨੇ ਜੈਂਟਸ ਦੀਆਂ ਹੋਰ ਨੇ, ਲੇਡੀਜ਼ ਦੀਆਂ ਹੋਰ ਨੇ। ਤਾਂ ਇਹਨਾਂ ਨੂੰ ਇਸ ਤਰ੍ਹਾਂ ਨਾਲ ਵੀ ਅਸੀਂ ਵੰਡ ਲੈਂਦੇ ਹਾਂ। ਅੱਗੇ ਹੈ ਡਿਫਰੈਂਟ ਰੋਲਸ ਇਨ ਸੁਸਾਇਟੀ। ਸੁਸਾਇਟੀ 'ਚ ਅਲੱਗ-ਅਲੱਗ ਰੋਲ ਅਦਾ ਕਰਦੇ ਨੇ। ਦੋਨੇ ਧਿਰਾਂ ਨੇ ਜਿਹੜੀਆਂ ਉਹ ਸੁਸਾਇਟੀ 'ਚ ਵਿਚਰਦੀਆਂ ਨੇ, ਤਾਂ ਆਪਣੇ ਆਪਣੇ ਰੋਲਸ ਦੇ ਅਕੋਰਡਿੰਗ ਸੁਸਾਇਟੀ 'ਚ ਪਹਿਚਾਣ ਰੱਖਦੀਆਂ ਨੇ। ਫਿਰ ਹੈ ਰਿਲੇਟਡ ਵਿਦ ਸਪੈਸੀਫਿਕ ਬਿਹੇਵੀਅਰ। ਅਲੱਗ ਤਰ੍ਹਾਂ ਦੇ ਬਿਹੇਵੀਅਰ ਨਾਲ ਸੰਬੰਧਿਤ ਨੇ ਦੋਨੇ, ਸਪੈਸ਼ਲ ਵਰਤਾਓ ਨਾਲ ਸੰਬੰਧਿਤ ਨੇ। ਜਿਵੇਂ ਲੇਡੀਜ਼ ਦਾ ਕਹਿ ਲਓ ਰੋਣਾ ਧੋਣਾ, ਜਾਂ ਬॉयज़ ਦਾ ਜਾਂ ਜੈਂਟਸ ਦਾ ਰਫ ਬੋਲਣਾ, ਇਸ ਤਰ੍ਹਾਂ ਦਾ ਬਿਹੇਵੀਅਰ ਆਮ ਮੰਨਿਆ ਜਾਂਦਾ ਹੈ। ਫਿਰ ਹੈ ਡਿਫਰੈਂਟ ਫਰੋਮ ਸੈਕਸ। ਜੇ ਬਾਇਓਲੋਜੀਕਲ ਦੇਖੀਏ ਤਾਂ ਅਸੀਂ ਇਹ ਦੋਨੇ ਡਿਫਰੈਂਟ ਨੇ, ਦੋਨੇ ਜਿਹੜੇ ਨੇ ਉਹ ਲਿੰਗ ਆਧਾਰਿਤ ਡਿਫਰੈਂਟ ਨੇ। ਅੱਗੇ ਹੈਗਾ ਡਿਫਰੈਂਸ ਇਨ ਰਿਸਪੌਂਸਿਬਿਲਟੀਜ਼। ਦੋਨਾਂ ਦੇ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਵੀ ਅਲੱਗ-ਅਲੱਗ ਨੇ। ਤਾਂ ਸਮਾਜ ਦੇ ਵਿੱਚ ਦੋਨੇ ਆਪਣੀਆਂ ਅਲੱਗ-ਅਲੱਗ ਜ਼ਿੰਮੇਵਾਰੀਆਂ ਨਿਭਾਉਂਦੇ ਨੇ, ਜਾਂ ਅਸੀਂ ਕਹਿ ਲਈਏ ਜ਼ਿਆਦਾਤਰ ਘਰ ਦੇ ਕੰਮਾਂ ਲਈ ਔਰਤਾਂ ਨੂੰ ਪਹਿਚਾਣਿਆ ਜਾਂਦਾ ਹੈ ਅਤੇ ਬਾਹਰਲੇ ਕੰਮਾਂ ਲਈ ਮਰਦਾਂ ਨੂੰ ਪਹਿਚਾਣਿਆ ਜਾਂਦਾ ਹੈ। ਫਿਰ ਡਿਫਰੈਂਸ ਇਨ ਨੇਚਰ। ਦੋਨਾਂ ਦੇ ਸੁਭਾਅ ਦੇ ਵਿੱਚ ਫਰਕ ਆ, ਦੋਨਾਂ ਦੀਆਂ ਆਦਤਾਂ ਦੇ ਵਿੱਚ ਫਰਕ ਆ। ਫਿਰ ਹੈ ਸੋਸ਼ਲੀ ਕੰਸਟਰਕਟਡ। ਤਾਂ ਇਹ ਟਰਮ ਆ ਜਿਹੜੀ ਉਹ ਸਮਾਜਿਕ ਤੌਰ 'ਤੇ ਬਣੀ ਹੋਈ ਆ, ਜਿਹੜੀ ਕਿ ਸਾਡੇ ਇਹ ਕਹਿ ਲਓ ਕਿ ਸਾਡੇ ਬਿਲਕੁਲ ਇੰਨੀ ਜ਼ਿਆਦਾ ਸੋਸ਼ਲੀ ਕੰਸਟਰਕਟਡ ਆ ਕਿ ਅਸੀਂ ਇਹਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ। ਇਹਨੇ ਸਾਡੇ ਆਲੇ ਦੁਆਲੇ ਇੱਕ ਘੇਰਾ ਬਣਾਇਆ। ਤਾਂ ਅੱਜ ਅਸੀਂ ਮੀਨਿੰਗ, ਡੈਫੀਨੇਸ਼ਨ ਐਂਡ ਕਰੈਕਟਰਿਸਟਿਕਸ ਆਫ ਜੈਂਡਰ ਕੀਤੀਆਂ ਨੇ। ਅੱਜ ਲਈ ਇੰਨਾ ਹੀ ਕਾਫੀ। ਅੱਗੇ ਫਿਰ ਜੈਂਡਰ ਦੇ ਅਗਲੇ ਜਿਹੜੇ ਕਨਸੈਪਟ ਨੇ ਉਹ ਕਲੀਅਰ ਕਰਾਂਗੇ। ਓਕੇ, ਥੈਂਕਸ।